सतनाम श्री वाहिगुरु, सतनाम श्री वाहिगुरु, सतनाम श्री वाहिगुरु, सतनाम श्री वाहिगुरु। तेरे नाम दा सहारा। वाहिगुरु जी का खालसा, वाहिगुरु जी की फतेह। हमारा मैं सप्त सरिंग पर्वत ਤੁਹਾਡੇ ਨਾਲ ਮੁਖਾਤਬ ਹਾਂ। ਮੇਰੇ ਮੂੰਹ ਮੁਹਾਂਦਰੇ ਨੂੰ ਮੁੱਖ ਰੱਖਦਿਆਂ ਪ੍ਰਾਚੀਨ ਕਾਲ ਤੋਂ ਲੋਕਾਂ ਨੇ ਮੈਨੂੰ ਸਪਤ ਸਰਿੰਗ ਭਾਵ 7 ਚੋਟੀਆਂ ਵਾਲਾ ਪਰਬਤ ਆਖ ਕੇ ਬੁਲਾਇਆ ਹੈ। कई ऋषियां मुनियां ते पांडवां दे पितामह ने इत्थे ही तपस्या कीती सी। मैं इस गल दा चश्मदीद गवाह हां। मेरे सीने दी धड़कन दे ऐन कोल एक अमृत सरोवर हेमकुंड स्थित है। हेमकुंड अमृत सरोवर दे किनारे एक जटाजूट तपस्वी ते तेजस्वी ऋषि चिरकाल तो तप करदा हुंदा सी। सप्त सरिंग दा सारा चौगिरदा उस दी सल्तनत सी। बर्फानी वायुमंडल, वहंदे झरने, सुरीलियां आबशारां, सुच्चे पर्वत, उच्चियां चोटियां, डूंगियां खड्डां, ताजा हवावां, बाग फजावां ते सुगंधत वेल बूटे उस जटाजूट तपस्वी दे तेज अगे सिर निभाउंदे सन। ओ ऋषि परमात्मा दी अकाल हस्ती विच रच मिच गया सी। बिल्कुल ऐदां जिद्दां फुल्लां विच खुशबू उपेद हुंदी है। उस दे नेत्रां विच चन्न ते सूरज समाए होए सन। उस दे मस्तक दा जाहो जलाल बेकसां दा यार होण दी हामी भरदा सी। खुले डुले सुतंतर चौगिरदे विच उस दी आत्मा कमल दे फुल दी तरह खिड़ी ते विगसी हुई सी। मैं सप्त सरिंग पर्वत हल्फिया बयान करता हूं कि एक दिन यकायक उस तपस्वी दी शांत चित समाधि नूं किसी अगम्मी ते इलाही आदेश ने बेआराम कर दिता। उस दी रूह कलबल होके कुरला उठी। उस दा शांत चित सुबह बेकरार होके पारे दी तरह तड़फ उठिया। कोई कंब दा प्रभाव उस दे मथे दियां लकीरां उत्ते उकरिया गया, जिसनूं उस जटाजूट तपस्वी ने मातलोक विच जाके अपने पूर्व काल दी जन्म कथा विच बयान कीता है। ओ तेजस्वी ते तपस्वी सी श्री गुरु गोबिंद सिंह जी महाराज। ਐਨੀ ਸੌਖੀ ਨਹੀਂ ਓ ਮਿਲੀ ਸਿੱਖੀ ਖਾਲਸਾ, ਧੰਨ ਜਿਗਰਾ ਹੈ ਤੇਰਾ ਸੱਚੇ ਪਾਤਸ਼ਾਹ। ਐਨੀ ਸੌਖੀ ਨਹੀਂ ਓ ਮਿਲੀ ਸਿੱਖੀ ਖਾਲਸਾ, ਧੰਨ ਜਿਗਰਾ ਹੈ ਤੇਰਾ ਸੱਚੇ ਪਾਤਸ਼ਾਹ। ਸਰ ਬੰਸ ਤੁਸੀਂ ਕੌਮ ਤੇ ਲੁਟਾਏ ਹੋਏ ਨੇ,
ਤੁਸੀਂ ਬੰਦ ਕੌਮ ਲਈ ਕਟਾਏ ਹੋਏ ਨੇ। ਇਸ ਤਰ੍ਹਾਂ ਦੁਸ਼ਟ ਦਮਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਾਤਲੋਕ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਪਾਵਨ ਕੁੱਖ ਤੋਂ ਸ੍ਰੀ ਪਟਨਾ ਸਾਹਿਬ ਵਿਖੇ ਸਨ 1666 ਈਸਵੀ ਨੂੰ ਦਸੰਬਰ ਦੇ ਮਹੀਨੇ ਅਵਤਾਰ ਧਾਰਨ ਕਰਕੇ ਗਊ ਤੇ ਗਰੀਬ ਦੀ ਰੱਖਿਆ ਲਈ ਸਨ 1699 ਵਿੱਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਖਾਲਸਾ ਪੰਥ ਦੀ ਸਿਰਜਣਾ ਕੀਤੀ, ਜਿਸ ਨੇ ਦੇਸ਼ ਤੇ ਧਰਮ ਦੀ ਰਖਵਾਲੀ ਕੀਤੀ। ਤੇਰੇ ਬਲੀਦਾਨ ਦਾ ਅੱਜ ਕੋਈ ਵੀ ਨਾ ਇੱਕ ਪੁੱਤ ਵਾਰਦਾ, ਧੰਨ ਜਿਗਰਾ ਹੈ ਤੇਰੇ ਬਲੀਦਾਨ ਦਾ, ਪਿਤਾ ਦਿੱਲੀ 'ਚ ਸ਼ਹੀਦ ਕਰਵਾਏ ਹੋਏ ਨੇ। ਤੁਸੀਂ ਬੰਦ ਕੌਮ ਲਈ ਕਟਾਏ ਹੋਏ ਨੇ, ਤੁਸੀਂ ਸਿਰਾਂ ਉੱਤੇ ਆਰੇ ਚਲਵਾਏ ਹੋਏ ਨੇ, ਤੁਸੀਂ ਬੰਦ ਕੌਮ ਲਈ ਖਿਲਾਏ ਹੋਏ ਨੇ। ਹੁਣ ਅਸੀਂ ਵੇਖਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਸਦਾ ਜੀਵਨੀ ਵਿੱਚ ਪੂਰਵ ਜਨਮ ਕਾਲ ਤਪੱਸਿਆ ਸਥਾਨ ਸ੍ਰੀ ਹੇਮਕੁੰਟ ਸਾਹਿਬ ਦਾ ਜੋ ਜ਼ਿਕਰ ਕੀਤਾ ਹੈ ਉਹ ਇਸ ਤਰ੍ਹਾਂ ਪ੍ਰਗਟ ਹੋਇਆ। ਇਸ ਪਵਿੱਤਰ ਸਥਾਨ ਨੂੰ ਪ੍ਰਗਟ ਕਰਨ ਵਿੱਚ ਸੰਤ ਸੋਹਣ ਸਿੰਘ, ਹੌਲਦਾਰ ਮੋਦਨ ਸਿੰਘ, ਸੰਤ ਠੰਡੀ ਸਿੰਘ ਜੀ ਦੇ ਨਾਮ ਸਤਿਕਾਰਯੋਗ ਹੈ। ਤੁਸੀਂ ਸਿਰਾਂ ਉੱਤੇ ਆਰੇ ਚਲਵਾਏ ਹੋਏ ਨੇ, ਤੁਸੀਂ ਬੰਦ ਕੌਮ ਲੈ ਕੇ ਅੱਜ ਲਾਏ ਹੋਏ ਨੇ। ਹੇਮਕੁੰਟ ਇੱਕ ਟਰਸਟ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ। ਹੇਮਕੁੰਟ ਸਾਹਿਬ ਇੱਕ ਉਹ ਪਵਿੱਤਰ ਸੁੰਦਰ ਸਥਾਨ ਹੈ ਜਿਸ ਦੀ ਤੁਲਨਾ ਸਵਰਗ ਨਾਲ ਕੀਤੀ ਜਾ ਸਕਦੀ ਹੈ। ਇਸ ਦੀ ਯਾਤਰਾ ਲਈ ਹਰ ਸਾਲ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਪਹੁੰਚਦੀਆਂ ਹਨ। ਹਰ ਸਾਲ ਗਰਮੀਆਂ ਵਿੱਚ 4 ਮਹੀਨੇ ਇਹ ਯਾਤਰਾ ਬੱਸਾਂ, ਟਰੱਕਾਂ, ਸਾਈਕਲਾਂ ਤੇ ਮੋਟਰਸਾਈਕਲਾਂ ਉੱਤੇ ਚੱਲਦੀ ਰਹਿੰਦੀ ਹੈ। ਸਿੰਘ ਗੱਜ ਕੇ ਜੈਕਾਰਾ ਮੁਖੋਂ ਬੋਲਿਆ, ਹੋਸ਼ ਮੁਗਲਾਂ ਦੇ ਚਹਿਲ ਉਡਾਏ। ਅਸੀਂ ਆਪਣੀ ਯਾਤਰਾ ਦਾ ਆਰੰਭ ਭਾਰਤ ਦੇ ਦਿਲ ਦਿੱਲੀ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਕਰ ਰਹੇ ਹਾਂ। ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ। ਚਿੱਟੇ ਸੰਗਮਰਮਰ ਦਾ ਬਣਿਆ ਹੋਇਆ ਇਹ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤੜ ਦੇ ਸੰਸਕਾਰ ਦੀ ਸਮ੍ਰਿਤੀ ਨੂੰ ਆਪਣੀ ਹਿੱਕ ਵਿੱਚ ਸਮੋਈ ਬੈਠਾ ਹੈ। ਤੇਰੇ ਨਾਮ ਦਾ ਸਹਾਰਾ, ਦੁਨੀਆ 'ਚ ਤੂੰ ਹਮਾਰਾ। ਤੇਰੇ ਨਾਮ ਦਾ ਸਹਾਰਾ, ਦੁਨੀਆ 'ਚ ਤੂੰ ਹਮਾਰਾ। ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ 11 ਨਵੰਬਰ ਸਨ 1675 ਈਸਵੀ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਜ਼ੇਰੇ ਹੁਕਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦੂ ਧਰਮ ਦੇ ਰਕਸ਼ਕ ਵਜੋਂ ਮੁਸਲਮਾਨ ਧਰਮ ਨਾ ਕਬੂਲ ਕਰਨ ਉੱਤੇ ਚਾਂਦਨੀ ਚੌਂਕ ਲਾਲ ਕਿਲੇ ਦੇ ਸਾਹਮਣੇ ਖੁੱਲੇ ਮੈਦਾਨ ਵਿੱਚ ਇੱਕ ਬੋੜ ਦੇ ਵ੍ਰਿਕਸ਼ ਹੇਠਾਂ ਸ਼ਹੀਦ ਕੀਤਾ ਗਿਆ ਸੀ। ਉੱਥੇ ਹੁਣ ਗੁਰਦੁਆਰਾ ਸੀਸਗੰਜ ਸਾਹਿਬ ਇਹ ਯਾਦ ਕਰਵਾ ਰਿਹਾ ਹੈ, ਧਰਮ ਹੇਤ ਸਾਕਾ ਜਨ ਕੀਆ, ਸੀਸ ਦਿਆ ਪਰ ਸਿਰੜ ਨਾ ਦਿਆ। ਗੁਰੂ ਸਾਹਿਬ ਜੀ ਦੀ ਸ਼ਹਾਦਤ ਤੋਂ ਉਪਰੰਤ ਭਾਈ ਜੈਤਾ ਜੀ ਗੁਰੂ ਸਾਹਿਬ ਜੀ ਦੇ ਸੀਸ ਨੂੰ ਆਪਣੀ ਬੁੱਕਲ ਵਿੱਚ ਛੁਪਾ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਲੈ ਗਿਆ, ਜਿੱਥੇ ਸੀਸਗੰਜ ਸਾਹਿਬ ਵਾਲੇ ਸਥਾਨ ਤੇ ਬਾਲ ਗੋਬਿੰਦ ਰਾਏ ਨੇ ਉਹਨਾਂ ਦੇ ਪਵਿੱਤਰ ਸੀਸ ਦਾ ਸੰਸਕਾਰ ਕੀਤਾ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤੜ ਭਾਈ ਲੱਖੀ ਸ਼ਾਹ ਬਣਜਾਰਾ ਆਪਣੇ ਨਿਵਾਸ ਸਥਾਨ ਰਕਾਬਗੰਜ ਦਿੱਲੀ ਵਿਖੇ ਲੈ ਗਿਆ। ਉਸਨੇ ਅਤੀ ਸ਼ਰਧਾ ਵਜੋਂ
ਗੁਰੂ ਸਾਹਿਬ ਜੀ ਦੇ ਤੜ ਦਾ ਸੰਸਕਾਰ ਕਰਨ ਲਈ ਆਪਣੇ ਘਰ ਨੂੰ ਹੀ ਅਗਨ ਪੇਂਟ ਕਰਕੇ ਅਥਾਹ ਸ਼ਰਧਾ ਤੇ ਪ੍ਰੇਮ ਦਾ ਸਬੂਤ ਦਿੱਤਾ। ਉੱਥੇ ਹੁਣ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਸੁਸ਼ੋਭਤ ਹੈ। ਦਰਸ਼ਨ ਕਰੋ ਗੁਰਦੁਆਰਾ ਰਕਾਬਗੰਜ ਸਾਹਿਬ ਤੇ ਉਸ ਦਾ ਸੁੰਦਰ ਇਹਾਤਾ, ਜਿੱਥੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਸੁਸ਼ੋਭਤ ਹਨ। ਦੀਨ ਦਿਆਲ ਵਾਹਿਗੁਰੂ 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 ਵਾਹਿਗੁਰੂ, ਤੂੰ ਪ੍ਰਭ ਦਾਤਾ ਦੀਨ ਦਿਆਲ ਵਾਹਿਗੁਰੂ। ਜਿੱਥੇ ਅਰਦਾਸ ਕਰਕੇ ਸਰਬ ਸੰਗਤ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਲਈ ਤਿਆਰ ਬਰ ਤਿਆਰ ਹੋ ਕੇ ਬੱਸਾਂ ਵਿੱਚ ਸਵਾਰ ਹੁੰਦੀ ਹੈ। ਜੋ ਆਪ ਜੀ ਤੇ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਹੋਈ। ਆਪ ਜੀ ਇਹ ਮਹਿਸੂਸ ਕਰੋ ਕਿ ਲੋਕ ਜਿਹੜੇ ਨੇ ਆਪ ਜੀ ਨੂੰ ਅਮੀਰ ਸਮਝਦੇ ਹਨ ਔਰ ਅਮੀਰ ਸਮਝ ਕੇ ਹੀ ਆਪ ਜੀ ਤੋਂ ਆਪਣੀ ਮਾੜੀ ਚੀਜ਼ ਦੇ ਵੀ ਚੰਗੇ ਪੈਸੇ ਲੈਣਾ ਚਾਹੁੰਦੇ ਆ। ਬੂਟੀ ਨੂੰ ਹੱਥ ਨਹੀਂ ਲਾਉਣਾ, ਕੋਈ ਪਤਾ ਨਹੀਂ ਕਿਹੜੀ ਬੂਟੀ ਕਿੰਨੀ ਜ਼ਹਿਰੀਲੀ ਹੋਵੇ। ਕਿਸੇ ਪੱਥਰ ਨੂੰ ਨਹੀਂ ਛੇੜਨਾ, ਕੋਈ ਪਤਾ ਨਹੀਂ ਕਿਹੜੇ ਪੱਥਰ ਦੇ ਥੱਲੇ ਕਿਹੜਾ ਕੀੜਾ ਬੈਠਾ ਹੋ। ਇਹਨਾਂ ਬੇਨਤੀਆਂ ਨਾਲ ਮੈਂ ਆਪ ਜੀ ਨੂੰ ਵਧਾਈ ਦੇਣਾ। ਸੱਚੇ ਪਾਤਸ਼ਾਹ ਆਪ ਜੀ ਦੀ ਯਾਤਰਾ ਸਫਲ ਕਰੇ। ਕਿਆ ਸੁਣਿਆ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਮਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਦਾ ਹੈ। ਬੱਸਾਂ ਵਿੱਚ ਸਵਾਰ ਸੰਗਤ ਬੜੀ ਮਿੱਠੀ ਸਵਰ ਵਿੱਚ ਗਾਉਣ ਲੱਗ ਪੈਂਦੀ ਹੈ। ਚਰਨ ਚਲੋ ਚਰਨ ਚਲੋ, ਚਲੋ ਮਾਰਗ ਗੋਬਿੰਦ। ਕਾਲੀਆਂ ਕਾਲੀਆਂ ਸੜਕਾਂ ਉੱਤੇ ਦੌੜਦੀਆਂ ਬੱਸਾਂ ਰਸਤੇ ਦੇ ਸ਼ਹਿਰ ਤੇ ਗਰਾਵਾਂ ਨੂੰ ਪਾਰ ਕਰਦੀਆਂ ਸ਼੍ਰੀ ਪੌਂਟਾ ਸਾਹਿਬ ਦੇ ਨੀਮ ਪਹਾੜੀ ਇਲਾਕੇ ਵਿੱਚ ਆ ਦਾਖਲ ਹੁੰਦੀਆਂ ਹਨ। ਐਨੀ ਸੌਖੀ ਨਹੀਂ ਓ ਮਿਲੀ ਸਿੱਖੀ ਖਾਲਸਾ, ਤਨ ਜਿਗਰਾ ਹੈ ਤੇਰਾ ਸੱਚੇ ਪਾਤਸ਼ਾਹ। ਐਨੀ ਸੌਖੀ ਨਹੀਂ ਓ ਮਿਲੀ ਸਿੱਖੀ ਖਾਲਸਾ, ਤਨ ਜਿਗਰਾ ਹੈ ਤੇਰਾ ਸੱਚੇ ਪਾਤਸ਼ਾਹ। ਸਰਬੰਸ ਤੁਸੀਂ ਕੌਮ ਤੇ ਲੁਟਾਏ ਹੋਏ ਨੇ। ਪੌਂਟਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਸਾਇਆ ਹੋਇਆ ਨਗਰ ਹੈ, ਜਿਹੜਾ ਕਿ ਦਰਿਆ ਜਮਨਾ ਦੇ ਕਿਨਾਰੇ ਸਥਿਤ ਹੈ। ਕੌਮ ਲਿਖ ਲਾਏ ਹੋਏ ਨੇ। ਗੁਰੂ ਜੀ ਨੇ ਇਸੇ ਸਥਾਨ ਉੱਤੇ ਪਰਿਵਾਰ ਸਮੇਤ ਕੋਈ 4 ਸਾਲ ਗੁਜ਼ਾਰੇ। ਅੱਜ ਕੋਈ ਵੀ ਨਾ ਇੱਕ ਪੁੱਤ ਵਾਰਦਾ, ਤਨ ਜਿਗਰਾ ਇਸੇ ਸਥਾਨ ਦੇ ਨਜ਼ਦੀਕ ਸ਼ੇਰ ਦਾ ਸ਼ਿਕਾਰ ਕੀਤਾ ਤੇ ਪੰਗਾਣੀ ਦਾ ਯੁੱਧ ਲੜਿਆ। ਬਲੀਦਾਨ ਦਾ ਪਿਤਾ ਦਿੱਲੀ 'ਚ ਸ਼ਹੀਦ ਕਰਵਾਏ ਹੋਏ ਨੇ। ਕਵੀ ਦਰਬਾਰ ਕਰਵਾਏ ਤੇ ਸਾਹਿਤ ਰਚਨਾ ਕੀਤੀ। ਇੱਥੇ ਇੱਕ ਬਹੁਤ ਹੀ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਇੱਥੇ ਸੰਗਤਾਂ ਦੇ ਵਿਸ਼ਰਾਮ ਲਈ ਪੂਰਾ ਪ੍ਰਬੰਧ ਹੈ।
ਇੱਕ ਬੜਾ ਸੁੰਦਰ ਅਜਾਇਬ ਘਰ ਵੀ ਹੈ ਜਿਸ ਵਿੱਚ ਸਿੱਖ ਇਤਿਹਾਸ ਨੂੰ ਬੜੇ ਸੋਹਣੇ ਚਿੱਤਰਾਂ ਦੁਆਰਾ ਸਿਰਜਿਆ ਹੋਇਆ ਹੈ। ਇੱਜ਼ਤਾਂ ਵੀ ਦਿੱਤੀਆਂ, ਸ਼ੋਹਰਤਾਂ ਵੀ ਦਿੱਤੀਆਂ, ਦੌਲਤਾਂ ਵੀ ਦਿੱਤੀਆਂ, ਮਾਣ ਵੀ ਵਧਾਇਆ ਤੁਸੀਂ, ਇੱਜ਼ਤਾਂ ਵੀ ਦਿੱਤੀਆਂ, ਮਾੜੇ ਕੰਮ ਹੱਥ ਨਾ ਪਵਾਈ ਮੇਰੇ ਮਾਲਕਾ। ਚੜ੍ਹਦੀ ਕਲਾ ਦੇ ਵਿੱਚ, ਚੜ੍ਹਦੀ ਕਲਾ ਦੇ ਵਿੱਚ, ਚੜ੍ਹਦੀ ਕਲਾ ਦੇ ਵਿੱਚ ਰਹੇ ਤੇਰਾ ਖਾਲਸਾ, ਚੜ੍ਹਦੀ ਕਲਾ ਦੇ ਵਿੱਚ ਰਹੇ ਤੇਰਾ ਖਾਲਸਾ, ਚੜ੍ਹਦੀ ਕਲਾ ਦੇ ਵਿੱਚ ਰਹੇ ਤੇਰਾ ਖਾਲਸਾ। ਸ਼੍ਰੀ ਹੇਮਕੁੰਡ ਸਾਹਿਬ ਆਉਂਦੀਆਂ ਜਾਂਦੀਆਂ ਸੰਗਤਾਂ ਚਾਹ ਪਾਣੀ ਪੀ ਕੇ ਲੰਗਰ ਛਕ ਕੇ ਅਗਲੇ ਸਫ਼ਰ ਲਈ ਤਿਆਰ ਹੁੰਦੀਆਂ ਹਨ। ਸਤਨਾਮ ਵਾਹਿਗੁਰੂ ਜਪਣਾ ਸਿਖਾ ਦਿਓ, ਮੈਨੂੰ ਮਟਾ ਕੇ ਸਾਨੂੰ ਝੁਕਣਾ ਸਿਖਾ ਦਿਓ, ਆਪਣੇ ਰੰਗਾਂ ਦੇ ਵਿੱਚ ਇਥੋਂ 15 ਕੁ ਮੀਲ ਦੀ ਵਿੱਥ ਉੱਤੇ ਗੁਰਦੁਆਰਾ ਤੀਰਗੜ੍ਹੀ ਹੈ, ਜਿੱਥੇ ਗੁਰੂ ਜੀ ਨੇ 1786 ਈਸਵੀ ਵਿੱਚ 22 ਧਾੜ ਦੇ ਪਹਾੜੀ ਰਾਜਿਆਂ ਵਿਰੁੱਧ ਇੱਕ ਬੜੇ ਕਮਸਾਨ ਦਾ ਯੁੱਧ ਲੜਿਆ ਸੀ ਤੇ ਵਿਜੇ ਪ੍ਰਾਪਤ ਕੀਤੀ ਸੀ। ਐਨੀ ਸੌਖੀ ਨਹੀਂ ਓ ਮਿਲੀ ਸਿੱਖੀ ਖਾਲਸਾ, ਤਨ ਜਿਗਰਾ ਹੈ ਤੇਰਾ ਸੱਚੇ ਪਾਤਸ਼ਾਹ। ਐਨੀ ਸੌਖੀ ਨਹੀਂ ਓ ਮਿਲੀ ਸਿੱਖੀ ਖਾਲਸਾ, ਤਨ ਜਿਗਰਾ ਹੈ ਗੁਰਦੁਆਰਾ ਪੌਂਟਾ ਸਾਹਿਬ ਵਿਖੇ ਪੜਾਅ ਕਰਨ ਤੋਂ ਬਾਅਦ ਸੰਗਤਾਂ ਗੁਰਦੁਆਰਾ ਰਿਸ਼ੀਕੇਸ਼ ਲਈ ਚਾਲੇ ਪਾ ਦਿੰਦੀਆਂ ਹਨ। ਤੁਸੀਂ ਬੰਦ ਬੰਦ ਕੌਮ ਲਈ ਕਟਾਏ ਹੋਏ ਨੇ, ਤੁਸੀਂ ਸਿਰਾਂ ਉੱਤੇ ਆਰੇ ਚਲਵਾਏ ਹੋਏ ਨੇ, ਤੁਸੀਂ ਬੰਦ ਬੰਦ ਕੌਮ ਲਈ ਖਿਲਾਏ ਹੋਏ ਨੇ। ਹਰਿਦੁਆਰ ਧਾਰਮਿਕ ਯਾਤਰੂ ਲਈ ਇੱਕ ਪ੍ਰਸਿੱਧ ਤੀਰਥ ਸਥਾਨ ਹੈ। ਦਰਿਆ ਗੰਗਾ ਦੀਆਂ ਲਹਿਰਾਂ ਉਛਲ ਉਛਲ ਕੇ ਯਾਤਰੂ ਨੂੰ ਗੱਲ ਵੱਖਰੀ ਪਾਉਣਾ ਚਾਹੁੰਦੀਆਂ ਹਨ। ਅੱਜ ਕੋਈ ਵੀ ਨਾ ਇੱਕ ਪੁੱਤ ਵਾਰਦਾ, ਤਨ ਜਿਗਰਾ ਹੈ ਤੇਰੇ ਬਲੀਦਾਨ ਦਾ। ਹਰਿਦੁਆਰ ਤੋਂ ਰਿਸ਼ੀਕੇਸ਼ 24 ਕਿਲੋਮੀਟਰ ਦੀ ਦੂਰੀ ਤੇ ਹੈ। ਰਿਸ਼ੀਕੇਸ਼ ਗੰਗਾ ਨਦੀ ਦੇ ਕਿਨਾਰੇ ਵਸਿਆ ਹੋਇਆ ਇੱਕ ਤੀਰਥ ਸਥਾਨ ਹੈ। ਦੀ ਹਵਾ ਦੇ ਕੋਲੋਂ ਤਨ ਮਾਤਾ ਗੁਜਰੀ, ਕਿੱਥੇ ਗਏ ਇੱਥੇ ਸੰਗਤਾਂ ਦੇ ਆਰਾਮ ਲਈ ਸ਼੍ਰੀ ਹੇਮਕੁੰਡ ਸਾਹਿਬ ਟਰਸਟ ਵੱਲੋਂ ਇੱਕ ਬੜਾ ਸੋਹਣਾ ਗੁਰਦੁਆਰਾ ਉਸਾਰਿਆ ਗਿਆ ਹੈ, ਜਿੱਥੇ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਨਾ ਹੈ। ਪਿਆਰ ਕੀਤਾ ਨਾ ਮੈਂ ਸੁਣਾਈ ਲੋਰੀ, ਪਾ ਗਏ ਵਿਛੋੜਾ ਮੇਰੇ ਨਾਲ ਨੀ, ਕਿੱਥੇ ਗਏ ਮੇਰੇ ਸੋਹਣੇ ਲਾਲ। ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਵਿੱਚ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ। ਸੰਗਤਾਂ ਕੀਰਤਨ ਦਾ ਆਨੰਦ ਮਾਣ ਕੇ ਕਿਸੇ ਅਗੰਮੀ ਰੰਗ ਵਿੱਚ ਰੰਗੀਆਂ ਜਾਂਦੀਆਂ ਹਨ। ਇਸ਼ਨਾਨ ਪਾਣੀ ਕਰਕੇ ਸੰਗਤਾਂ ਸ਼੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਲਈ ਪਹਾੜੀ ਰਸਤੇ ਤੇ ਚੱਲ ਪੈਂਦੀਆਂ ਹਨ। ਇੱਥੋਂ ਚੱਲ ਕੇ ਇੱਕ ਪ੍ਰਸਿੱਧ ਨਗਰ ਦੇਵ ਪ੍ਰਯਾਗ ਆਉਂਦਾ ਹੈ। ਦੇਵ ਪ੍ਰਯਾਗ ਕੁਦਰਤੀ ਨਜ਼ਾਰਿਆਂ ਨਾਲ ਬੜਾ ਭਰਪੂਰ ਹੈ। ਇੱਕ ਪਾਸੇ ਉੱਚੇ ਉੱਚੇ ਪਰਬਤ ਤੇ ਦੂਜੇ ਪਾਸੇ ਜਲ ਦੀ ਤੇਜ਼ ਧਾਰਾ ਬੜੀ ਬੇਕਰਾਰੀ ਨਾਲ ਵੱਧਦੀ ਨਜ਼ਰ ਆਉਂਦੀ ਹੈ।
ਕਾਦਰ ਦੀ ਕੁਦਰਤ ਦੇ ਸੁੰਦਰ ਤੇ ਪ੍ਰਭਾਵਸ਼ਾਲੀ ਨਜ਼ਾਰੇ ਵੇਖਣ ਵਾਲਿਆਂ ਦੇ ਦਿਲ ਨੂੰ ਕੀਲ ਲੈਂਦੇ ਹਨ। ਦੇਵ ਪ੍ਰਯਾਗ ਤੋਂ ਚੱਲ ਕੇ ਸ੍ਰੀਨਗਰ ਆਉਂਦਾ ਹੈ। ਸ੍ਰੀਨਗਰ ਇਹ ਇੱਕ ਇਤਿਹਾਸਕ ਨਗਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮੀਰ ਪਰਬਤ ਨੂੰ ਜਾਂਦਿਆਂ ਕੁਝ ਸਮਾਂ ਇੱਥੇ ਠਹਿਰੇ ਸਨ। ਇਹ ਨਗਰ ਰਿਸ਼ੀਕੇਸ਼ ਤੋਂ 67 ਮੀਲ ਦੀ ਦੂਰੀ ਉੱਤੇ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿੱਚ ਇੱਥੇ ਇੱਕ ਗੁਰਦੁਆਰਾ ਵੀ ਬਣਿਆ ਹੋਇਆ ਹੈ, ਜਿਸ ਨੂੰ ਗੁਰਦੁਆਰਾ ਨਾਨਕ ਦਰਬਾਰ ਕਿਹਾ ਜਾਂਦਾ ਹੈ। ਗੁਰੂ ਨਾਨਕ ਕਰ ਆਇਆ, ਸਤਿਗੁਰੂ ਨਾਨਕ ਆਇਆ। ਗੁਰੂ ਨਾਨਕ ਕਰ ਆਇਆ, ਸਤਿਗੁਰੂ ਨਾਨਕ ਆਇਆ। ਸਤਿਗੁਰੂ ਨਾਨਕ, ਸਤਿਗੁਰੂ ਨਾਨਕ, ਸਤਿਗੁਰੂ ਨਾਨਕ ਆਇਆ। ਇੱਥੇ ਹਰ ਰੋਜ਼ ਸਵੇਰ ਸਵੇਰੇ ਰਸ ਪਿੰਨੜਾ ਕੀਰਤਨ ਹੁੰਦਾ ਹੈ। ਹੇਮਕੁੰਡ ਸਾਹਿਬ ਤੋਂ ਆਉਣ ਜਾਣ ਵਾਲੀਆਂ ਸੰਗਤਾਂ ਇਸ ਗੁਰਦੁਆਰਾ ਸਾਹਿਬ ਵਿੱਚ ਵਿਸ਼ਰਾਮ ਕਰਕੇ ਲੰਗਰ ਪਾਣੀ ਸੇਵਨ ਕਰ ਸਕਦੀਆਂ ਹਨ। ਗੁਰੂ ਨਾਨਕ ਕਰ ਆਇਆ। ਸ੍ਰੀਨਗਰ ਤੋਂ ਚੱਲ ਕੇ ਰਸਤੇ ਵਿੱਚ ਪ੍ਰਸਿੱਧ ਸਥਾਨ ਕਰਨ ਪ੍ਰਯਾਗ ਤੇ ਰੁਦਰ ਪ੍ਰਯਾਗ ਆਉਂਦੇ ਹਨ। ਇਹ ਦੋਵੇਂ ਪ੍ਰਯਾਗ ਹਿੰਦੂ ਧਰਮ ਸਥਾਨਾਂ ਵਿੱਚ ਗਿਣੇ ਜਾਂਦੇ ਹਨ। ਸ੍ਰੀਨਗਰ ਤੋਂ ਚੱਲ ਕੇ ਬੱਸਾਂ ਕਈ ਛੋਟੇ-ਛੋਟੇ ਪਿੰਡਾਂ ਵਿੱਚੋਂ ਲੰਘਦੀਆਂ ਹਨ। ਰਸਤੇ ਵਿੱਚ ਪ੍ਰਸਿੱਧ ਕਸਬਾ ਰੁਦਰ ਪ੍ਰਯਾਗ ਆ ਜਾਂਦਾ ਹੈ। ਇੱਥੇ ਦੋ ਨਦੀਆਂ ਅਲਕਨੰਦਾ ਤੇ ਮੰਦਾਕਨੀ ਦਾ ਸੰਗਮ ਹੈ। ਕਰਨ ਪ੍ਰਯਾਗ ਰੁਦਰ ਪ੍ਰਯਾਗ ਤੋਂ ਅੱਗੇ ਹੈ। ਸਿੱਖ ਸੰਗਤਾਂ ਦੇ ਯਾਤਰੀ ਜਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਹਾਨ ਕੀਰਤੀ ਨੂੰ ਯਾਦ ਕਰਕੇ ਸ਼ਬਦ ਕੀਰਤਨ ਕਰਦੇ ਰਹਿੰਦੇ ਹਨ। ਉਹਨਾਂ ਦੇ ਦਿਲ ਵਿੱਚ ਛੇਤੀ ਤੋਂ ਛੇਤੀ ਸ੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਦੀ ਚਾਹ ਹੁੰਦੀ ਹੈ। ਦੌਲਤਾਂ ਵੀ ਦਿੱਤੀਆਂ, ਸ਼ੋਹਰਤਾਂ ਵੀ ਦਿੱਤੀਆਂ, ਮਾਣ ਵੀ ਵਧਾਇਆ ਤੁਸੀਂ, ਇੱਜ਼ਤਾਂ ਵੀ ਦਿੱਤੀਆਂ, ਸ਼ੋਹਰਤਾਂ ਵੀ ਦਿੱਤੀਆਂ, ਦੌਲਤਾਂ ਵੀ ਦਿੱਤੀਆਂ, ਮਾਣ ਵੀ ਵਧਾਇਆ ਤੁਸੀਂ, ਇੱਜ਼ਤਾਂ ਵੀ ਦਿੱਤੀਆਂ, ਮਾੜੇ ਕੰਮ ਹੱਥ ਨਾ ਪਵਾਈ ਮੇਰੇ ਮਾਲਕਾ। ਇਸ ਯਾਤਰਾ ਤੇ ਜਾਣ ਵਾਲਿਆਂ ਦੇ ਲਈ ਅਗਲਾ ਵਿਸ਼ੇਸ਼ ਪੜਾਅ ਜੋਸ਼ੀ ਮੱਠ ਹੈ। ਚੜ੍ਹਦੀ ਕਲਾ ਦੇ ਵਿੱਚ ਰਹੇ ਤੇਰਾ ਖਾਲਸਾ, ਚੜ੍ਹਦੀ ਕਲਾ ਦੇ ਵਿੱਚ ਰਹੇ ਤੇਰਾ ਖਾਲਸਾ, ਚੜ੍ਹਦੀ ਕਲਾ ਦੇ ਵਿੱਚ ਰਹੇ ਤੇਰਾ ਖਾਲਸਾ। ਸ਼ੰਕਰਾਚਾਰਿਆ ਦੇ ਪ੍ਰਸਿੱਧ 4 ਮੱਠਾਂ ਵਿੱਚੋਂ ਇਹ ਇੱਕ ਪ੍ਰਸਿੱਧ ਮੱਠ ਹੈ। ਜਦੋਂ ਸਰਦੀਆਂ ਵਿੱਚ ਪ੍ਰਸਿੱਧ ਤੀਰਥ ਬਦਰੀਨਾਥ ਵਿੱਚ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ ਤਾਂ ਬਦਰੀਨਾਥ ਰਹਿਣ ਵਾਲੇ ਸੱਜਣ ਪੁਰਸ਼ ਜੋਸ਼ੀ ਮੱਠ ਆ ਠਹਿਰਦੇ ਨੇ। ਜੋਸ਼ੀ ਮੱਠ ਵਿੱਚ ਇੱਕ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ।
ਇੱਥੇ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਜਾਣ ਵਾਲਿਆਂ ਲਈ ਲੰਗਰ ਪਾਣੀ ਤੇ ਵਿਸ਼ਰਾਮ ਦਾ ਪੂਰਾ ਪ੍ਰਬੰਧ ਹੈ। ਯਾਤਰੀ ਜਥੇ ਜੋਸ਼ੀਮਠ ਤੋਂ ਚੱਲ ਕੇ ਗੋਬਿੰਦ ਘਾਟ ਪਹੁੰਚਦੇ ਹਨ। ਦੌਲਤਾਂ ਵੀ ਦਿੱਤੀਆਂ ਗੋਬਿੰਦ ਘਾਟ ਤੋਂ ਇੱਕ ਸਿੱਧੀ ਸੜਕ ਬਦਰੀਨਾਥ ਨੂੰ ਜਾਂਦੀ ਹੈ। ਵਧਾਇਆ ਤੁਸੀਂ ਬਦਰੀਨਾਥ ਤੋਂ ਗੋਬਿੰਦ ਘਾਟ 25 ਕਿਲੋਮੀਟਰ ਦੇ ਫਾਸਲੇ ਉੱਤੇ ਹੈ। ਦੌਲਤਾਂ ਵੀ ਦਿੱਤੀਆਂ ਮਾਣ ਵੀ ਵਧਾਇਆ ਤੁਸੀਂ ਇੱਜ਼ਤਾਂ ਵੀ ਦਿੱਤੀਆਂ। ਸ਼੍ਰੀ ਗੋਬਿੰਦ ਘਾਟ ਵਿਖੇ ਹਜ਼ਾਰਾਂ ਸੰਗਤਾਂ ਦੇ ਵਿਸ਼ਰਾਮ ਦਾ ਤੇ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਹੈ। ਚੜ੍ਹਦੀ ਕਲਾ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹੇ ਤੇਰਾ ਖਾਲਸਾ। ਚੜ੍ਹਦੀ ਕਲਾ ਦੇ ਵਿੱਚ ਰਹੇ ਤੇਰਾ ਖਾਲਸਾ। ਚੜ੍ਹਦੀ ਕਲਾ ਦੇ ਵਿੱਚ ਰਹੇ ਤੇਰਾ ਖਾਲਸਾ। ਸਤਨਾਮ ਵਾਹਿਗੁਰੂ ਜਪਣਾ ਸਿਖਾ ਦਿਓ, ਮੈਨੂੰ ਮਟਾ ਕੇ ਸਾਨੂੰ ਝੁਕਣਾ ਸਿਖਾ ਦਿਓ। ਦੁਸ਼ਟ ਦਮਨ ਗੁਰਦੁਆਰਾ ਸਾਹਿਬ ਐਨ ਅਲਕਨੰਦਾ ਨਦੀ ਦੇ ਕਿਨਾਰੇ ਉੱਤੇ ਬਣਿਆ ਹੋਇਆ ਹੈ। ਆਪਣੇ ਰੰਗਾਂ ਦੇ ਵਿੱਚ ਸ਼ੂਕ ਦੀ ਨਦੀ ਦੀਆਂ ਲਹਿਰਾਂ ਕਈ ਵਾਰੀ ਇੱਕ ਰੋਚਕ ਸੰਗੀਤ ਪੈਦਾ ਕਰਦੀਆਂ ਹਨ। ਚੜ੍ਹਦੀ ਕਲਾ ਦੇ ਵਿੱਚ ਰਹੇ ਤੇਰਾ ਖਾਲਸਾ। ਚੜ੍ਹਦੀ ਕਲਾ ਦੇ ਵਿੱਚ ਰਹੇ ਸ਼੍ਰੀ ਤੇਰਾ ਹੇਮਕੁੰਟ ਖਾਲਸਾ। ਸਾਹਿਬ ਨੂੰ ਜਾਣ ਵਾਲੇ ਚੜ੍ਹਦੀ ਕਲਾ ਯਾਤਰੀ ਦੇ ਵਿੱਚ ਰਹੇ ਤੇਰਾ ਅਲਕਨੰਦਾ ਨਦੀ ਉੱਤੇ ਬਣਿਆ ਹੋਇਆ ਪੁਲ ਪਾਰ ਕਰਦੇ ਹਨ। ਇਹ ਪੁਲ ਲੱਕੜੀ ਦਾ ਬਣਿਆ ਹੋਇਆ ਹੈ। ਗੋਬਿੰਦ ਘਾਟ ਤੋਂ ਗੋਬਿੰਦ ਧਾਮ ਦਾ ਸਫ਼ਰ ਕਾਫੀ ਕਠਿਨ ਹੈ। ਵਿੰਗ ਤੜਿੰਗੇ ਟੇਢੇ ਮੇਢੇ ਰਸਤੇ ਤੇ ਪੱਥਰਾਂ ਦੇ ਉੱਤੋਂ ਚੜਾਈ ਚੜ੍ਹਨਾ ਬਹੁਤ ਹੀ ਔਖਾ ਕੰਮ ਹੈ। ਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੇਵਾ ਸੰਗਤਾਂ ਕਲਗੀਧਰ ਪਿਤਾ ਦਾ ਨਾਮ ਜਪਦੀਆਂ ਤੇ ਗੁਣ ਗਾਉਂਦੀਆਂ ਇਸ ਸਫ਼ਰ ਨੂੰ ਵੀ ਤੈਅ ਕਰ ਲੈਂਦੀਆਂ ਹਨ। ਚੜ੍ਹਦੀ ਕਲਾ ਦੇ ਵਿੱਚ ਰਹੇ ਤੇਰਾ ਖਾਲਸਾ। ਚੜ੍ਹਦੀ ਕਲਾ ਦੇ ਵਿੱਚ ਰਹੇ ਤੇਰਾ ਖਾਲਸਾ। ਚੜ੍ਹਦੀ ਕਲਾ ਦੇ ਵਿੱਚ ਰਹੇ ਤੇਰਾ ਖਾਲਸਾ। ਇੱਕ ਗੱਲ ਯਾਦ ਰੱਖਣ ਵਾਲੀ ਇਹ ਹੈ ਕਿ ਅਲਕਨੰਦਾ ਨਦੀ ਪਾਰ ਕਰਕੇ ਬੁੱਢੇ ਬੱਚੇ ਤੇ ਕਮਜ਼ੋਰ ਯਾਤਰੀ ਕਾਂਡੀ ਤੇ ਡਾਂਡੀ ਦੇ ਸਹਾਰੇ ਇਸ ਸਫ਼ਰ ਨੂੰ ਮੁਕਾਉਂਦੇ ਹਨ। ਸਿੱਖੀ ਵਾਲੀ ਦਾਤ ਮੈਨੂੰ ਬਖਸ਼ੋ ਹਜ਼ੂਰ ਜੀ, ਨਿਤਨੇਮ ਕਰਾਂ ਕਦੇ ਆਏ ਨਾ ਗਰੂਰ ਜੀ। ਸਿੱਖੀ ਵਾਲੀ ਦਾਤ ਮੈਨੂੰ ਬਖਸ਼ੋ। ਪਹਾੜੀ ਰਸਤੇ ਉੱਤੇ ਯਾਤਰੀਆਂ ਨੂੰ ਲਿਜਾਣ ਲਈ ਖੱਚਰਾਂ ਬੜਾ ਹੀ ਕੰਮ ਕਰਦੀਆਂ ਹਨ। ਗੁਰ ਚੇਲਾ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਆਪੇ ਇਸ ਪਰਬਤੀ ਇਲਾਕੇ ਨੂੰ ਤਪੋ ਭੂਮੀ ਆਖਦੇ ਹਨ। ਗੋਬਿੰਦ ਸਿੰਘ ਗੋਬਿੰਦ ਘਾਟ ਤੋਂ ਅੱਗੇ ਕੋਈ ਬੱਸ, ਸਾਈਕਲ ਜਾਂ ਸਕੂਟਰ ਨਹੀਂ ਜਾ ਸਕਦਾ। ਸਾਰੀਆਂ ਬੱਸਾਂ ਜਾਂ ਸਵਾਰੀ ਦੇ ਸਾਧਨ ਗੋਬਿੰਦ ਘਾਟ ਤੱਕ ਹੀ ਸੀਮਤ ਹਨ। ਗੋਬਿੰਦ ਧਾਮ ਤੱਕ ਦਾ ਰਸਤਾ ਬੜਾ ਹੀ ਰਮਣੀਕ ਹੈ। ਤੰਗ ਰਸਤੇ ਦੇ ਇੱਕ ਪਾਸੇ ਬਹੁਤ ਡੂੰਘੀਆਂ ਖੱਡਾਂ ਹਨ ਤੇ ਦੂਜੇ ਪਾਸੇ ਪਹਾੜ। ਕਿਧਰੇ ਕਿਧਰੇ ਨਦੀ ਨਾਲੇ ਸੰਗਤਾਂ ਨੂੰ ਆਕਰਸ਼ਿਤ ਕਰਦੇ ਹਨ। ਹਰ ਸੱਚੇ ਤਖਤ ਰਚਾਇਆ ਇਹ ਸਾਰਾ ਰਸਤਾ ਪੈਦਲ ਹੀ ਤੈਅ ਕਰਨਾ ਪੈਂਦਾ ਹੈ। ਸਤ ਸੰਗਤ ਮੇਲਾ ਨਾਨਕ ਨਿਰਭਉ ਨਿਰੰਕਾਰ ਵਿੱਚ ਸਿਧਾ ਖੇਲਾ। ਇਸ 12 ਕਿਲੋਮੀਟਰ ਪੈਂਡੇ ਉੱਤੇ ਚਾਹ ਪਕੌੜਿਆਂ ਦੀਆਂ ਕਈ ਦੁਕਾਨਾਂ ਬਣੀਆਂ ਹੋਈਆਂ ਹਨ, ਜਿੱਥੋਂ ਯਾਤਰੀ ਆਪਣੀ ਮਨਪਸੰਦ ਦਾ ਹਲਕਾ ਫੁਲਕਾ ਖਾਣਾ ਖਾ ਸਕਦੇ ਹਨ। ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਆਪੇ ਗੁਰ ਚੇਲਾ
ਗੁਰ ਚੇਲਾ ਗੋਬਿੰਦ ਧਾਮ ਅਪੜਦਿਆਂ ਹੀ ਰਾਤ ਪੈ ਜਾਂਦੀ ਹੈ। ਕੁਝ ਸੰਗਤਾਂ ਹੋਟਲਾਂ ਵਿੱਚ ਤੇ ਕੁਝ ਗੋਬਿੰਦ ਧਾਮ ਦੇ ਵਿਸ਼ਾਲ ਗੁਰਦੁਆਰੇ ਵਿੱਚ ਆਰਾਮ ਕਰਦੀਆਂ ਹਨ। ਖੰਡੇ ਕੀ ਵੇਲਾ ਖੰਡੇ ਕੀ ਵੇਲਾ ਪੀਵੋ ਪਾਹੁਲ ਖੰਡੇ ਦਾ ਹੋਏ ਜਨਮ ਸੁਹੇਲਾ ਹੋਏ ਜਨਮ ਸੁਹੇਲਾ ਗੋਬਿੰਦ ਧਾਮ ਵਿੱਚ ਇੱਕ ਹੈਲੀਪੈਡ ਵੀ ਬਣਿਆ ਹੋਇਆ ਹੈ। ਵਾਹ ਵਾਹ ਗੋਬਿੰਦ ਸਿੰਘ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਸੀਮਾ ਸੁਰੱਖਿਆ ਬਲ ਦੇ ਕੁਝ ਦਸਤੇ ਵੀ ਇੱਥੇ ਮੌਜੂਦ ਹਨ। ਗੋਬਿੰਦ ਧਾਮ ਵਿੱਚ ਇੱਕ ਸੁੰਦਰ ਬਾਜ਼ਾਰ ਹੈ ਜਿੱਥੋਂ ਯਾਤਰੀ ਆਪਣੀ ਲੋੜ ਅਨੁਸਾਰ ਚੀਜ਼ਾਂ ਵਸਤਾਂ ਖਰੀਦ ਸਕਦੇ ਹਨ। ਮਨਮੁਖੀ ਦੁਹੇਲਾ ਇਹ ਗੱਲ ਵੀ ਬੜੀ ਹੈਰਾਨੀਜਨਕ ਹੈ ਕਿ ਗੋਬਿੰਦ ਧਾਮ ਨਗਰ ਵਸਣ ਤੋਂ ਪਹਿਲਾਂ ਇੱਥੇ ਰਹਿਣ ਵਹਿਣ ਸਹਿਣ ਦਾ ਬਿਲਕੁਲ ਕੋਈ ਪ੍ਰਬੰਧ ਨਹੀਂ ਸੀ, ਬਲਕਿ ਜੰਗਲੀ ਜਾਨਵਰਾਂ ਨਾਲ ਇੱਕ ਭਰਪੂਰ ਜੰਗਲ ਹੁੰਦਾ ਸੀ। ਗੋਬਿੰਦ ਸਿੰਘ ਵਾਹ ਵਾਹ ਗੋਬਿੰਦ ਸਿੰਘ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪੇ ਹੌਲਦਾਰ ਮੋਦਨ ਸਿੰਘ ਨੇ ਹੇਮਕੁੰਡ ਸਾਹਿਬ ਦੀ ਯਾਤਰਾ ਲਈ ਰਸਤਾ ਤਲਾਸ਼ਦਿਆਂ ਆਪੇ ਗੁਰ ਚੇਲਾ ਇੱਕ ਮੋਟੇ ਬ੍ਰਿਖ ਦੇ ਤਣੇ ਦੀ ਖੋੜ ਵਿੱਚ ਆਪਣੀਆਂ ਕਈ ਰਾਤਾਂ ਗੁਜ਼ਾਰੀਆਂ। ਜੰਗਲੀ ਜਾਨਵਰਾਂ ਤੋਂ ਬਚਣ ਲਈ ਰਾਤ ਦੇ ਸਮੇਂ ਅੱਗ ਜਲਾ ਲਿਆ ਕਰਦੇ ਸਨ, ਪਰ ਅੱਜ ਤੇ ਗੋਬਿੰਦ ਧਾਮ ਇੱਕ ਰੌਣਕੀਲਾ ਨਗਰ ਬਣਿਆ ਹੋਇਆ ਹੈ। ਆਪੇ ਗੁਰ ਚੇਲਾ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਸੰਗਤਾਂ ਹੇਮਕੁੰਟ ਯਾਤਰਾ ਦੇ ਇਸ ਆਖਰੀ ਪੜਾਅ ਤੇ ਵਿਸ਼ਰਾਮ ਕਰਕੇ ਦੂਜੇ ਦਿਨ ਸਵੇਰੇ ਹੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਚਾਲੇ ਪਾ ਦਿੰਦੀਆਂ ਹਨ। साढ़े 4 किलोमीटर ਦਾ ਇਹ ਸਫ਼ਰ ਬਹੁਤ ਹੀ ਕਠਿਨ ਹੈ। ਕੁਝ ਸ਼ਰਧਾਲੂ ਇਸ ਨੂੰ ਪੈਦਲ ਤੈਅ ਕਰਦੇ ਹਨ, ਜਦੋਂ ਕਿ ਬਾਕੀ ਖੱਚਰਾਂ ਤੇ ਘੋੜਿਆਂ ਦੇ ਸਹਾਰੇ ਮੁਕਾ ਕੇ ਸ੍ਰੀ ਹੇਮਕੁੰਡ ਸਾਹਿਬ ਪਹੁੰਚ ਜਾਂਦੇ ਹਨ। सतनाम श्री वाहिगुरु सतनाम श्री वाहिगुरु सतनाम श्री वाहिगुरु सतनाम श्री वाहिगुरु तेरे नाम दा सहारा दुनिया च तू हमारा नाम दा सहारा दुनिया च तू हमारा सतनाम श्री वाहिगुरु सतनाम श्री हेमकुंड साहब ਦਾ ਸਰੋਵਰ ਬੜਾ ਵਿਸ਼ਾਲ ਹੈ। ਹੇਮਕੁੰਡ ਸਾਹਿਬ ਦੇ ਠੰਡੇ ਜਲ ਵਿੱਚ ਇਸ਼ਨਾਨ ਕਰਦੀਆਂ ਸੰਗਤਾਂ ਪਾਠ ਕਰਦੀਆਂ ਰਹਿੰਦੀਆਂ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਪੜ੍ਹਦੀਆਂ ਤੇ ਗਾਉਂਦੀਆਂ ਰਹਿੰਦੀਆਂ ਹਨ। ਉਹਨੂੰ ਗਮ ਕਿਵੇਂ ਸਤਾਏ ਮਨ ਨਾਲ ਤੈਨੂੰ ਧਿਆਏ ਉਹਨੂੰ ਗਮ ਕਿਵੇਂ ਸਤਾਏ ਜਿਹਦੇ ਨਾਲ ਤੁਹਾਡਾ ਨਾਤਾ ਉਹਨੂੰ ਡਰ ਕਿਵੇਂ ਸਤਾਏ
ਸਤਨਾਮ ਸ਼੍ਰੀ ਵਾਹਿਗੁਰੂ। ਸ਼੍ਰੀ ਹੇਮਕੁੰਡ ਸਾਹਿਬ ਦੇ ਸਰੋਵਰ ਦੇ ਬਿਲਕੁਲ ਕਿਨਾਰੇ ਉੱਤੇ ਹੇਮਕੁੰਡ ਸਾਹਿਬ ਦਾ ਗੁਰਦੁਆਰਾ ਸੁਸ਼ੋਭਤ ਹੈ। ਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ। ਤੇਰੇ ਨਾਮ ਦਾ ਸਹਾਰਾ ਦੁਨੀਆ 'ਚ ਤੂੰ ਹਮਾਰਾ। ਗੁਰਦੁਆਰਾ ਸਾਹਿਬ ਵਿੱਚ ਸਾਰਾ ਦਿਨ ਰਸ ਪਿੰਡੜਾ ਕੀਰਤਨ ਹੁੰਦਾ ਰਹਿੰਦਾ ਹੈ। ਇੱਥੇ ਸੰਗਤਾਂ ਲਈ ਗਰਮਾ ਗਰਮ ਚਾਹ ਦਾ ਪੂਰਾ ਪ੍ਰਬੰਧ ਹੈ। ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ। ਜੋ ਵੀ ਦਰ ਤੇ ਤੇਰੇ ਆਏ ਪਰ ਚੋਲੀਆਂ ਲੈ ਜਾਏ। ਹੇਮਕੁੰਡ ਸਾਹਿਬ ਦਾ ਇਲਾਕਾ ਜੁਗਾਂ ਜੁਗਾਂਤਰਾਂ ਤੋਂ ਮਹਾਂਪੁਰਖਾਂ ਤੇ ਮਹਾਨ ਤਪਸਵੀਆਂ ਦੀ ਤਪੱਸਿਆ ਲਈ ਬਹੁਤ ਪ੍ਰਸਿੱਧ ਹੈ। संत का मार्ग धर्म की पौड़ी को बड़भागी पाए, कोट जन्म के किलवख नासे हर चरनी चितलाए। और ये वो पावन पवित्र स्थान है जिथे गुरु दशमेश पिता जी ने पूर्वले जन्म दे विच तप कीता सी। तू ही रास्ता दिखावे सदा प्रीत तू ही निभावे। सतनाम श्री वाहिगुरु, सतनाम श्री वाहिगुरु। सतनाम श्री वाहिगुरू, सतनाम श्री वाहिगुरू। तेरे नाम दा सहारा दुनिया च तू हमारा। तेरे नाम दा सहारा दुनिया च तू हमारा। सतनाम श्री वाहिगुरु। ਇਸ ਦੇ ਚਾਰ ਚੁਫੇਰੇ ਪਹਾੜੀਆਂ ਉੱਤੇ 12 ਮਹੀਨੇ ਹੀ ਬਰਫ਼ ਜੰਮੀ ਰਹਿੰਦੀ ਹੈ। ਸ਼੍ਰੀ ਹੇਮਕੁੰਡ ਸਾਹਿਬ ਵਿਖੇ ਆਕਸੀਜਨ ਗੈਸ ਦੀ ਬਹੁਤ ਕਮੀ ਹੈ। ਇਸ ਲਈ ਯਾਤਰੀ ਥੋੜੇ ਸਮੇਂ ਵਿੱਚ ਹੀ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਵਿੱਚ ਆਪਣੀ ਸ਼ਰਧਾਂਜਲੀ ਭੇਟ ਕਰਕੇ ਕੁਦਰਤੀ ਨਜ਼ਾਰਿਆਂ ਦਾ ਰੰਗ ਮਾਣਦੇ ਹੋਏ ਆਪਣਾ ਵਾਪਸੀ ਸਫ਼ਰ ਆਰੰਭ ਕਰ ਦਿੰਦੇ ਹਨ। ਸਤਿਗੁਰੂ ਮੇਰੋ ਮੈਂ ਉਹਨਾਂ ਦਾ ਦਾਸ, ਗੁਰੂ ਮੇਰਾ ਪਾਰ ਬ੍ਰਹਮ ਗੁਰੂ ਗੋਵਿੰਦਾ। ਉਹ ਮੇਰਾ ਦਾਤਾ ਮੈਂ ਉਹਨਾਂ ਦਾ ਬੰਦਾ। ਵਾਪਸ ਪਰਤਦਿਆਂ ਰੰਗ ਬਿਰੰਗੇ ਫੁੱਲਾਂ ਨਾਲ ਭਰੀ ਹੋਈ ਫਲਾਵਰ ਵੈਲੀ ਆਉਂਦੀ ਹੈ। ਯਾਤਰੀ ਇਸ ਫਲਾਵਰ ਵੈਲੀ ਦਾ ਦ੍ਰਿਸ਼ ਵੇਖ ਕੇ ਆਨੰਦਿਤ ਹੋ ਉੱਠਦੇ ਹਨ। मैं क्या जानू गुरु की प्रीत, ओ मेरा साथी गुरु मेरी जीत। गुरु सा ना कोई मेरे ਰਾਤ ਦਾ ਟਿਕਾਣਾ ਗੋਵਿੰਦ ਧਾਮ गुरु गोविंद। ਤੇ ਦੂਜੇ ਦਿਨ ਗੋਵਿੰਦ ਘਾਟ ਤੇ ਤੀਜੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦਿਆਂ ਸੰਗਤਾਂ ਆਪਣੇ ਘਰਾਂ ਨੂੰ ਪਰਤ ਆਉਂਦੀਆਂ ਹਨ। ਹਰ ਇੱਕ ਯਾਤਰੀ ਦੇ ਦਿਲ ਵਿੱਚ ਸ੍ਰੀ ਹੇਮਕੁੰਡ ਸਾਹਿਬ ਜੀ ਦੇ ਦਰਸ਼ਨਾਂ ਦੀ ਇੱਕ ਅਭੁੱਲ ਯਾਦ ਬਣ ਕੇ ਰਹਿ ਜਾਂਦੀ ਹੈ। कल अवतार गुरु
ਗੁਰੂ ਨਾਨਕ ਆਇਓ ਪਾਣਾ ਮੀਠਾ ਸ਼ਬਦ ਸੁਣਾਇਓ ਪ੍ਰਭ ਸੰਗ ਮੇਲ ਮੇਰਾ ਕਰਵਾਇਆ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਹੇਮਕੁੰਡ ਸਾਹਿਬ ਦੇ ਤਪਸਵੀ, ਜਿੱਥੇ ਉਹਨਾਂ ਨੇ ਮਾਤ ਲੋਕ ਵਿੱਚ ਆਉਣ ਤੋਂ ਪਹਿਲਾਂ ਪੂਰਵ ਜਨਮ ਕਾਲ ਵਿੱਚ ਤਪੱਸਿਆ ਕੀਤੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ